ਮਾਨਵਤਾ ਦਾ ਸਰਬ ਸਾਂਝਾ ਗੁਰੂ, ਕੋਟ ਖੰਡਾਂ ਬ੍ਰਹਿਮੰਡਾਂ ਦਾ ਮਾਲਕ, ਤਖਤ ਚਵਰ ਛਤਰ ਦਾ ਮਾਲਕ, ਗੁਰਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਅਵਤਾਰ ਬਾਣੀ ਬੋਹਿਤ, ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਜੋ ਚਿਰਾਂ ਤੋਂ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਜੀਵਨ ਦੀਆਂ ਕਥਾ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਹਾਂ। ਆਓ ਅੱਜ ਵੀ ਉਸੇ ਲੜੀ ਦਾ ਇੱਕ ਹਿੱਸਾ ਬਣ ਕੇ ਆਪਾਂ ਸਤਿਗੁਰਾਂ ਦੇ ਪਾਵਨ ਜੀਵਨ ਵਿੱਚੋਂ ਕੁਝ ਕੁ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ, ਤਾਂ ਕਿ ਆਇਆ ਸਾਡਾ ਸੰਸਾਰ ਤੇ ਸਫਲ ਹੋ ਜਾ। ਰਾਤ ਦਿਨ ਆਪਾਂ ਦੁੱਖਾਂ ਕਲੇਸ਼ਾਂ, ਕਾੜਿਆਂ ਸਾੜਿਆਂ, ਰੋਗਾਂ ਸੋਗਾਂ, ਚਿੰਤਾ ਫਿਕਰਾਂ ਵਿੱਚ ਗਰਸੇ ਰਹਿੰਦੇ ਹਾਂ। ਇਹਨਾਂ ਤੋਂ ਆਪਣਾ ਛੁਟਕਾਰਾ ਹੋ ਜਾ। ਜਮਾਂ ਦੀ ਮਾਰ ਤੋਂ ਵੀ ਬਚ ਸਕੀਏ ਆਪਾਂ। ਅੱਜ ਉਹ ਸੁਣਦੇ ਦੇਖਦੇ ਆ ਰਹੇ ਆਪਾਂ 84 ਲੱਖ ਗੰਦੀਆਂ ਮੰਦੀਆਂ ਟੇਢੀਆਂ ਮੇਢੀਆਂ ਜੂਨੀਆਂ, ਇਹਨਾਂ ਤੋਂ ਵੀ ਸਾਡਾ ਬਚਾਅ ਹੋ ਜਾ। ਬਚਾਅ ਹੋਣ ਦਾ ਪਾਤਸ਼ਾਹ ਸਾਨੂੰ ਰੋਜ਼ ਨਵੇਂ ਤੋਂ ਨਵਾਂ ਕੋਈ ਨਾ ਕੋਈ ਕਾਰਨ, ਢੰਗ ਤਰੀਕਾ, ਕੋਈ ਨਵੀਆਂ ਉਦਾਹਰਨਾਂ ਦੇ ਕੇ ਚਾਹੁੰਦੇ ਨੇ ਕਿ ਇਹ ਜੀਵ ਨਿੱਤ ਦੇ ਦੁੱਖ ਦੇ ਸਹਿਣ ਤੋਂ ਬਚ ਜਾਵੇ, ਜਮਾਂ ਦੀ ਮਾਰ ਤੋਂ ਵੀ ਬਚ ਜਾਵੇ। ਇਹਦਾ ਜੀਵਨ ਜਿਹੜਾ ਮਨੁੱਖਾ ਇਹ ਸਫਲ ਹੋ ਜਾਵੇ ਤਾਂ ਦੁਬਾਰੇ ਇਹਨਾਂ ਟੇਢੀਆਂ ਮੇਢੀਆਂ ਗੰਦੀਆਂ ਜੂਨੀਆਂ 'ਚ ਨਾ ਆਵੇ। ਪਾਤਸ਼ਾਹ ਚਾਹੁੰਦੇ ਨੇ। ਇੱਦਾਂ ਆਪਾਂ ਵੀ ਕਹਿ ਸਕਦੇ ਹਾਂ ਕਿ ਸਾਡੀ ਬਦਕਿਸਮਤੀ ਹੈ ਜਿਹੜਾ ਅਸੀਂ ਗੁਰੂ ਦੇ ਉਪਦੇਸ਼ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੱਕ ਨਹੀਂ ਲੱਗ ਜਾਂਦੇ। ਸੁਣਦੇ ਜ਼ਰੂਰ ਹਾਂ, ਲੇਕਿਨ ਦਿਲ ਦੀਆਂ ਗਹਿਰਾਈਆਂ ਤੱਕ ਨਹੀਂ ਲੈ ਕੇ ਜਾਂਦੇ। ਪਾਤਸ਼ਾਹ ਸਾਨੂੰ ਇੱਕ ਗੱਲ ਬਹੁਤ ਜ਼ੋਰ ਦੇ ਕੇ ਸਮਝਾਉਂਦੇ ਨੇ। ਕਹਿੰਦੇ ਇਨਸਾਨ ਜੇ ਸੁੱਖ ਚਾਹੁੰਦਾ ਹੈ, ਜੇ ਤੂੰ ਸੁੱਖ ਚਾਹੁੰਦਾ ਹੈ ਤੇ ਚਾਹੁੰਦੇ ਵੀ ਸਾਰੇ ਸੰਸਾਰ ਦੇ ਜੀਵ ਸੁੱਖ ਨੇ। ਖਾਸ ਕਰਕੇ ਮਨੁੱਖ ਤੇ ਚਾਹੁੰਦਾ ਹੀ ਹੈ ਨਾ ਵੀ ਮੈਂ ਸੁੱਖ ਸਦਾ ਹੀ ਸੁਖੀ ਰਹਾਂ, ਮੰਗਦਾ ਵੀ ਸੁੱਖ ਹੈ। ਪਰ ਦੁੱਖ ਕਿੱਥੋਂ ਆ ਗਏ? ਸੋਚਣ ਦੀ ਗੱਲ ਹੈ। ਇੱਕ ਦੁੱਖਾਂ ਤੇ ਨੇ ਮੰਗਿਆ ਨਹੀਂ ਕਦੇ, ਸਦਾ ਸੁੱਖ ਹੀ ਮੰਗੇ ਉਸ ਮਾਲਕ ਦੇ ਕੋਲੋਂ ਨੇ। ਦੁੱਖ ਤੇ ਕਦੇ ਮੰਗਿਆ ਨਹੀਂ, ਨਾ ਕੋਈ ਮੰਗਦਾ। ਫਿਰ ਆਏ ਕਿੱਥੋਂ ਦੁੱਖ? ਬਗੈਰ ਮੰਗਿਆ ਕਿੱਦਾਂ ਆ ਗਏ? ਬਗੈਰ ਸੱਦੇ ਕਿਸੇ ਕੋ ਘਰ ਨਹੀਂ ਜਾਂਦਾ, ਤੇ ਦੁੱਖ ਬਗੈਰ ਸੱਦੇ ਕਿੱਦਾਂ ਆ ਗਏ? ਕਾਰਨ ਹੈ ਨਾ ਬਹੁਤ ਵੱਡਾ ਕੋਈ ਨਾ ਕੋਈ। ਪਾਤਸ਼ਾਹ ਦੇ ਅਸਲ ਕਾਰਨ ਹੈ ਸਾਡੇ ਪਿਛਲੇ ਕੀਤੇ ਹੋਏ ਬੁਰੇ ਕਰਮ, ਪਾਪ ਕਰਮ। ਉਹਨਾਂ ਜਿਹੜਾ ਫਾੜਿਆ ਬੁਰੇ ਕਰਮਾਂ ਦਾ, ਪਾਪਾਂ ਕੀਤਿਆਂ ਪਿਛਲੇ ਕੀਤੇ ਹੋਏ ਪਾਪ ਕਰਮਾਂ ਦਾ ਜਿਹੜਾ ਫਾੜਿਆ ਨਾ, ਜਿਹੜਾ ਬੀਜ ਬੀਜਿਆ ਸੀ, ਉਹਨੂੰ ਫਲ ਲੱਗਾ ਦੁੱਖ ਦਾ। ਹੁਣ ਅਸੀਂ ਆਸ ਤੇ ਕਰ ਰਹੇ ਹਾਂ ਸੁੱਖ ਦੀ, ਪਰ ਪਿੱਛੇ ਜਿਹੜਾ ਕਰਮ ਸਾਡਾ ਬੀਜਿਆ ਹੋਇਆ ਹੈ ਉਹ ਦੁੱਖ ਦਾ ਹੈ, ਪਾਪ ਦਾ ਹੈ। ਉਹ ਤੋਂ ਦੁੱਖ ਦਾ ਫਲ ਲੱਗਾ ਉਹਨੂੰ। ਫਲ ਕੌਣ ਖਾਊਗਾ? ਜਦੋਂ ਬੀਜ ਬੀਜਣ ਵਾਲੇ ਅਸੀਂ, ਪੌਦਾ ਲਾਉਣ ਵਾਲੇ ਅਸੀਂ, ਉਹਨੂੰ ਜਿਹੜਾ ਫਲ ਦਾ ਉਹ ਲੱਗੂਗਾ, ਉਹ ਖਾਣਾ ਤੇ ਸਾਨੂੰ ਹੀ ਪਊ ਨਾ, ਹੋਰ ਤਾਂ ਖਾਣ ਵਾਸਤੇ ਕੋਈ ਨਹੀਂ ਆਊਗਾ। ਇਸ ਵਾਸਤੇ ਪਾਤਸ਼ਾਹ ਨੇ ਜਨਮਾਂ ਜਨਮਾਂਤਾਂ ਦੀ ਲੱਗੀ ਹੋਈ ਮਨ ਨੂੰ ਇਹਨਾਂ ਪਾਪ ਕਰਮਾਂ ਦੀ ਮੈਲ ਧੋਣ ਵਾਸਤੇ ਅਨੇਕਾਂ ਢੰਗ ਤਰੀਕੇ ਦੱਸੇ।
ਉਹਨਾਂ ਢੰਗ ਤਰੀਕਿਆਂ ਵਿੱਚੋਂ ਸਾਡੇ ਮਹਾਂਪੁਰਸ਼ਾਂ ਵਿਦਵਾਨਾਂ ਨੇ, ਅਵਤਾਰਾਂ ਨੇ, ਪੈਗੰਬਰਾਂ ਨੇ, ਪੀਰਾਂ ਨੇ, ਗੁਰੂਆਂ ਨੇ, ਰਹਿਬਰਾਂ ਨੇ ਕੁਝ ਢੰਗ ਤਰੀਕੇ ਲੱਭੇ। 4 ਢੰਗ ਤਰੀਕੇ ਲੱਭੇ ਉਹਨਾਂ ਨੇ, ਜਿਨ੍ਹਾਂ ਵਿੱਚੋਂ ਆਪਾਂ ਬੜੇ ਤਕਰੀਬਨ 3 ਮਹੀਨੇ ਤੋਂ ਇੱਕ ਗੱਲ 'ਤੇ ਵਿਚਾਰ ਕਰਦੇ ਆ ਰਹੇ ਕਿ ਇਹ ਪਾਪਾਂ ਦੀ ਮੈਲ ਕਿਵੇਂ ਧੁੱਪ ਸਕਦੀ। ਤਾਂ ਸਾਡੇ ਮਹਾਂਪੁਰਸ਼ਾਂ ਨੇ, ਫਿਰ ਉਹ ਪੀਰਾਂ ਫਕੀਰਾਂ ਨੇ, ਰਿਸ਼ੀਆਂ ਮੁਨੀਆਂ ਨੇ ਸਭ ਤੋਂ ਪਹਿਲਾਂ ਤੀਰਥਾਂ ਨੂੰ ਚੁਣਿਆ। ਤਾਂ ਆਪਾਂ ਕਈਆਂ ਤੀਰਥਾਂ ਦੀ ਪਹਿਲਾਂ ਗੱਲ ਕਰ ਚੁੱਕੇ ਹਾਂ। ਅੱਜ ਇੱਕ ਆਪਾਂ ਅਹਿਮ ਤੀਰਥ, ਮਸ਼ਹੂਰ ਤੀਰਥ, ਜੋ ਜਨਮਾਂ ਜਨਵੰਤਰਾਂ ਦੀ ਮਨ ਨੂੰ ਲਾਉਣ ਵਾਲਾ, ਮੁਕਤੀ ਦਾ ਦਾਤਾ, ਦੁੱਖਾਂ ਦਾ ਨਾਸ਼ਕ, ਆਓ ਅੱਜ ਆਪਾਂ ਸਤਿਗੁਰ ਕਿਰਪਾ ਕਰੇ ਉਸ ਦੀ ਥੋੜ੍ਹੀ ਜਿਹੀ ਵਿਚਾਰ ਕਰ ਸਕੀ। ਲੱਗੜੇ ਤਾਂ ਆਪਾਂ ਨੂੰ ਕਹਿੰਦੇ ਨੇ ਇਸ ਵਿਚਾਰ 'ਤੇ, ਪਰ ਜਿੰਨੇ ਕੁ ਸਮੇਂ ਦੇ ਵਿੱਚ ਰਹਿ ਕੇ ਪਾਤਸ਼ਾਹ ਆਪਾਂ ਨੂੰ ਵਿਚਾਰ ਬਖਸ਼ੇ, ਉਨੀ ਕੁ ਆਪਾਂ ਵਿਚਾਰ ਕਰੀ। ਰਿਗਵੇਦ ਹੈ, ਪਰ 4 ਵੇਦ ਹੈ। ਸ਼ਾਇਦ ਪੜ੍ਹੇ ਹੋਣ ਕਿਸੇ, ਜੇ ਨਾ ਪੜ੍ਹੇ, ਮੈਂ ਕਿਸੇ ਦਾ ਜ਼ਿੰਮੇਵਾਰੀ ਨਹੀਂ ਲੈਂਦਾ, ਪਰ ਮੈਂ ਜ਼ਰੂਰ 4 ਵੇਦ ਲਿਆਂਦੇ ਹੋਏ ਔਰ ਪੜ੍ਹਦਾ ਵੀ ਹਾਂ। ਉਸ ਰਿਗਵੇਦ ਵਿੱਚ ਇਸ ਗੰਗਾ ਦੀ ਮਹਾਨਤਾ ਜਿਹੜੀ ਲਿਖੀ ਹੋਈ, ਵੀ ਗੰਗਾ ਕਿੱਥੋਂ ਆਈ, ਕਿਵੇਂ ਆਈ, ਕਿਸ ਤਰ੍ਹਾਂ ਆਈ, ਕਿਸ ਕਾਰਨ ਆਈ। 3-4 ਪਹਿਲੂ ਨੇ। ਕੀ ਇਹਦਾ ਮਹਾਤਮ ਹੈ, ਕੀ ਇਹ ਲੋਕਾਂ ਨੂੰ ਕਿੰਨਾ ਕੁ ਸੁੱਖ ਦਿੰਦੀ ਹੈ, ਦੇ ਸਕਦੀ ਹੈ, ਇਹਦੇ ਬਾਰੇ ਆਪਾਂ ਥੋੜ੍ਹੀ ਵਿਚਾਰ ਕਰਾਂਗੇ। ਰਿਗਵੇਦ ਵਿੱਚ ਇੱਕ ਗਾਥਾ ਹੁੰਦੀ ਪਿਆਰਿਓ, ਬ੍ਰਹਮਾ ਜੀ ਔਰ ਸ਼ਿਵ ਭਗਵਾਨ ਜੀ, ਇਹ ਦੋਨੇ ਇੱਕ ਦਿਨ ਵਿਸ਼ਨੂੰ ਜੀ ਨੂੰ ਮਿਲਣ ਚਲੇ ਗਏ। ਸੱਜਣ ਮਿੱਤਰ ਇੱਕ ਦੂਜੇ ਕੋਲ ਜਾਂਦੇ ਹੀ ਹੈ ਜੀ, ਕੁਝ ਤੋਰਾ ਨਹੀਂ। ਹੁਣ ਤਿੰਨੇ ਦੇ ਦੇਵਤੇ ਨੇ, ਤਿੰਨੇ ਦੋਸਤ ਕਹਿ ਲਈਏ ਅਸੀਂ, ਤਿੰਨੇ ਭਰਾ ਕਹਿ ਲਈਏ ਅਸੀਂ, ਹੈ ਤੇ ਤਿੰਨੇ ਦੇਵਤੇ ਆ ਨਾ। ਤੇ ਜੇ ਅਸੀਂ ਇੱਕ ਦੂਜੇ ਦੋਸਤ ਨੂੰ ਮਿਲ ਜਾ ਸਕਦੇ ਤਾਂ ਕੀ ਇਹ ਨਹੀਂ ਮਿਲ ਜਾ ਸਕਦੇ, ਜਾ ਸਕਦੇ। ਇੱਕਦਮ ਬ੍ਰਹਮਾ ਜੀ ਨੇ ਤੇ ਭਗਵਾਨ ਸ਼ਿਵ ਜੀ ਨੇ ਵਿਚਾਰ ਕੀਤੀ, ਚਲੋ ਵਿਸ਼ਨੂੰ ਜੀ ਨੂੰ ਮਿਲ ਕੇ ਆਈ। ਇਹ ਗੱਲ ਵੱਖਰੀ ਹੈ ਕਿ ਬ੍ਰਹਮਾ ਜੀ ਪੈਦਾ ਕਰਦੇ ਨੇ ਤੇ ਵਿਸ਼ਨੂੰ ਜੀ ਸੰਘਾਰ ਕਰਦੇ। ਲੇਕਿਨ ਇਹ ਤਾਂ ਡਿਊਟੀਆਂ ਨਾ, ਕੰਮ ਮੁੰਡੇ ਭਰਾਵਾਂ ਦੇ, ਕਿਸੇ ਨੂੰ ਕੁਝ ਕਰਦੇ ਆ, ਕਿਸੇ ਨੇ ਕੁਝ ਕਰਦੇ ਆ, ਪਰ ਪਿਆਰ ਮਿਲਣ ਦਾ ਪਿਆਰ ਤਾਂ ਇੱਕੋ ਹੀ ਹੈ ਨਾ। ਪਿਆਰ ਤਾਂ ਸਭ ਦੇ ਅੰਦਰ ਹੀ ਹੈ ਨਾ। ਤੇ ਥੋੜ੍ਹਾ ਜਿਹਾ ਸਤਿਕਾਰ ਜਿਹੜਾ ਉਹ ਵਿਸ਼ਨੂੰ ਜੀ ਨੂੰ ਸਾਡੇ ਸੰਸਾਰ ਦੇ ਲੋਕਾਂ ਨੇ ਜ਼ਿਆਦਾ ਦਿੱਤਾ, ਤੇ ਉਹਨਾਂ ਨੇ ਵੀ ਸਤਿਕਾਰ ਦਿੱਤਾ ਵੀ ਵਿਸ਼ਨੂੰ ਜੀ ਦੁਨੀਆ ਦੇ ਪ੍ਰਤਿਪਾਲਕ ਨੇ, ਦੁਨੀਆ ਨੂੰ ਪਾਲਣ ਵਾਲੇ ਆ, ਵੱਡੇ ਆ, ਚਲੋ ਆਪਾਂ ਉਹਨਾਂ ਨੂੰ ਮਿਲ ਕੇ ਆਈਏ। ਤੇ ਬ੍ਰਹਮਾ ਜੀ ਤਾਂ ਸ਼ਿਵ ਜੀ ਦੋਨੇ ਚੱਲ ਪਏ। ਮਨ ਵਿੱਚ ਇੱਕ ਵਿਚਾਰ ਆਈ, ਬ੍ਰਹਮਾ ਜੀ ਦੇ ਮਨ ਵਿੱਚ ਇੱਕ ਵਿਚਾਰ ਆਈ। ਉਹਨਾਂ ਸੋਚਿਆ ਵੀ ਸਾਡੇ ਵੱਡੇ ਨੇ, ਇਹਨਾਂ ਦੇ ਚਰਨ ਕਿਉਂ ਨਾ ਧੋਤੇ ਜਾਣ। ਸਤਿਕਾਰ ਹੈ ਨਾ, ਚਰਨ ਧੋਣਾ ਸਤਿਕਾਰ ਹੀ ਸੀ ਨਾ। ਸਤਿਕਾਰ ਦੇ ਵਜੋਂ ਸੋਚਿਆ ਮਨ ਵਿੱਚ ਵੀ ਇਹਨਾਂ ਦਾ ਸਤਿਕਾਰ ਕੀ ਕਰੀਏ, ਵੱਡੇ ਨੇ ਸਾਡੇ ਨੂੰ।
ਤੇ ਮਨ ਵਿੱਚ ਵਿਚਾਰ ਹੈ ਵੀ ਇਹਨਾਂ ਦੇ ਚਰਨ ਤੋਂ ਹੀ। ਹੁਣ ਬ੍ਰਹਮਾ ਜੀ ਕੋਲ ਕਮੰਡਲ ਸੀ ਪਾਣੀ ਦਾ, ਪੈਰੋਂ ਕਮੰਡਲ ਤੇ ਭਾਵੇਂ ਛੋਟਾ ਜਿਹਾ ਹੋਊਗਾ, ਕਮੰਡਲ ਤੇ ਭਾਵੇਂ ਛੋਟਾ ਜਿਹਾ ਹੋਊਗਾ, ਪਰ ਉਸ ਛੋਟੇ ਜਿਹੇ ਕਮੰਡਲ ਵਿੱਚ ਬਰਕਤਾਂ ਏਡੀਆਂ ਵੱਡੀਆਂ ਸੀ ਕਿ ਪਾਣੀ ਨਹੀਂ ਸੀ ਕਦੇ ਮੁੱਕ ਸਕਦਾ ਉਸ ਕਮੰਡਲ ਵਿੱਚੋਂ। ਏਡੀ ਵੱਡੀ ਉਸ ਕਮੰਡਲ ਵਿੱਚ ਬ੍ਰਹਮਾ ਦੀ ਸ਼ਕਤੀ ਭਰੀ ਹੋਈ ਸੀ। ਹੁਣ ਉਹ ਪਾਣੀ ਚਰਨ ਧੋਣ ਲੱਗੇ, ਪਾਣੀ ਕਮੰਡਲ ਨਾਲ ਪਾਣੀ ਚਰਨ ਧੋਣ ਲੱਗੇ। ਚਰਨ ਧੋਤੇ ਉਹ ਕਮੰਡਲ, ਉਹ ਪਾਣੀ ਜਿਹੜਾ ਸੀ ਨਾ, ਹੁਣ ਪਾਣੀ ਪਿਆਰੋ ਦੇਵਤਿਆਂ ਦੇ ਕਮੰਡਲ ਦਾ ਪਾਣੀ, ਦੇਵਤਿਆਂ ਦੀ ਸ਼ਕਤੀ, ਉਹ ਪਾਣੀ ਅਕਸਰ ਆਉਣਾ ਤੇ ਪਾਸੇ ਹੀ ਚੱਲਣਾ ਸੀ ਨਾ। ਇੱਕ ਤਾਂ ਬ੍ਰਹਮਾ ਜੀ ਦੇ ਹੱਥ ਲੱਗੇ, ਦੇਵਤਾ, ਮਾਨਤਾ ਸੁਣਿਓ, ਹੁਣ ਸ਼ਕਤੀ ਸੁਣਿਓ, ਗੰਗਾ ਦੀ ਸ਼ਕਤੀ ਕਿੱਥੋਂ ਆਈ? ਬ੍ਰਹਮਾ ਜੀ, ਉਹਨਾਂ ਦਾ ਖਾਦਾ ਕਮੰਡਲ, ਉਹਦਾ ਪਾਣੀ, ਬ੍ਰਹਮਾ ਦੀ ਸਾਰੀ ਸ਼ਕਤੀ ਉਸ ਕਮੰਡਲ ਦੇ ਪਾਣੀ ਵਿੱਚ। ਆ ਤੁਸੀਂ ਕਿਸੇ ਸਾਧ ਕੋਲ ਜਾਂਦੇ ਹੋਗੇ, ਉਹ ਪਾਣੀ ਤੇ 2 ਫੂਕਾਂ ਮਾਰ ਦਿੰਦਾ, ਰੋਗੀ ਦਾ ਰੋਗ ਠੀਕ ਹੋ ਜਾਂਦਾ, ਚਾਹੇ ਕਿਸੇ ਕਿਸਮ ਦਾ ਹੋਵੇ। ਉਹ ਆਪੋ ਆਪਣੀ ਵਿਦਿਆ ਨਾ, ਹੈ ਤਾਂ ਉਹੀ ਸ਼ਕਤੀ ਥੋੜ੍ਹੀ ਬਹੁਤ। ਤੇ ਜਿਹੜਾ ਮੁੱਖ ਦੇਵਤਾ ਹੋਵੇ ਸੰਸਾਰ ਦਾ, ਪੂਰੇ ਸੰਸਾਰ ਦਾ, ਤੇ ਕੀ ਉਹ ਉਹਦੇ ਪਾਣੀ ਵਿੱਚ, ਉਹਦੇ ਹੱਥ ਦੇ ਜਲ ਵਿੱਚ ਸ਼ਕਤੀ ਨਹੀਂ ਹੋਗੀ? ਉਹ ਪਾਣੀ ਹੁਣ ਵਿਅਰਥ ਨਹੀਂ ਸੀ ਜਾਣ ਦੇਣਾ ਚਾਹੁੰਦੇ, ਪਾਣੀ ਵਿਅਰਥ ਨਹੀਂ ਸੀ ਦੇਣਾ ਚਾਹੁੰਦੇ। ਸ਼ਿਵ ਭਗਵਾਨ ਨੇ ਸੋਚਿਆ ਵੀ ਇੰਨਾ ਪਵਿੱਤਰ ਜਲ, ਪਹਿਲਾਂ ਤਾਂ ਬ੍ਰਹਮਾ ਜੀ ਦਾ ਸ਼ਕਤੀ ਇਹਦੇ ਵਿੱਚ ਭਰੀ ਹੋਈ, ਫਿਰ ਵਿਸ਼ਨੂੰ ਦੇ ਚਰਨਾਂ ਨਾਲ ਲੱਗਾ, ਜਿਹੜਾ ਦੁਨੀਆ ਦਾ ਪਾਲਕ, ਉਹਦੇ ਚਰਨਾਂ ਨਾਲ ਲੱਗਾ ਹੋਇਆ ਪਾਣੀ, ਵਿਅਰਥ ਕਿਉਂ ਜਾਵੇ? ਵਿਅਰਥ ਕਿਉਂ ਜਾਵੇ? ਉਹ ਪਾਣੀ ਜਿਹੜੀ ਧਾਰ ਬਣੀ, ਅਕਸਰ ਧਾਰ ਤੇ ਬਣਨੀ ਸੀ ਨਾ, ਚਰਨਾਂ ਤੋਂ ਪਾਣੀ ਜਿਹੜਾ ਡਿੱਗਣਾ ਸੀ, ਕਿਸੇ ਰੁੜ ਕੇ ਜਾਣਾ ਸੀ ਨਾ ਕਿਸੇ ਪਾਸੇ, ਉਹ ਪਾਣੀ ਭਗਵਾਨ ਸ਼ਿਵ ਜੀ ਨੇ ਆਪਣੇ ਜਟਾਂ ਵਿੱਚ ਸਮਾ ਲਿਆ। ਹੁਣ ਬ੍ਰਹਮਾ ਜੀ ਦੇ ਕਮੰਡਲ ਦਾ ਪਾਣੀ ਸ਼ਿਵ ਜੀ ਦੇ ਚਰਨਾਂ, ਵਿਸ਼ਨੂੰ ਜੀ ਦੇ ਚਰਨਾਂ ਦਾ ਸ਼ੋਭ ਪ੍ਰਾਪਤ, ਔਰ ਸ਼ਿਵ ਭਗਵਾਨ ਦੇ ਜਟਾਂ ਵਿੱਚੋਂ ਫਿਰ ਲੰਘ ਕੇ 3 ਦੇਵਤਿਆਂ ਦੇ ਨਾਲ ਸਪਰਸ਼ ਹੋ ਕੇ ਉਹ ਪਾਣੀ, 3 ਦੇਵਤਿਆਂ ਦੀ ਸ਼ਕਤੀ ਉਹਦੇ ਵਿੱਚ ਆਈ ਪਾਣੀ ਦੀ। ਸਵਰਗ ਵਿੱਚੋਂ ਫਿਰ ਥੱਲੇ ਕਿਵੇਂ ਆਈ? ਸਵਰਗ ਵਿੱਚੋਂ ਥੱਲੇ ਕਿਵੇਂ ਆਈ? ਸੰਸਾਰ ਤੇ ਕਿਵੇਂ ਆਈ? ਸੰਸਾਰ ਦਾ ਭਲਾ ਕਰਨ ਕਿਵੇਂ ਆਈ? ਆਓ ਹੁਣ ਆਪਾਂ ਥੋੜ੍ਹੀ ਫੇਰ ਵਿਚਾਰ ਕਰੀਏ। ਜਿਉਂ ਸੰਸਾਰ ਪੈਦਾ ਹੋਇਆ ਨਾ ਪਿਆਰਿਓ, ਤੇ 2 ਕੁਲਾਂ ਪੈਦਾ ਹੋਈਆਂ, 2 ਕੁਲਾਂ ਪੈਦਾ ਹੋਈਆਂ, ਇੱਕ ਸੂਰਜ ਵੰਸ਼ੀ ਤੇ ਇੱਕ ਚੰਦਰ ਵੰਸ਼ੀ। ਸੰਸਾਰ ਵਿੱਚ ਜਦੋਂ ਸੰਸਾਰ ਦੀ ਉਤਪਤੀ ਹੋਈ ਨਾ, ਤੇ 2 ਵੰਸ਼ਜ ਚੱਲੇ, 2 ਵੰਸ਼ਜ, ਇੱਕ ਸੂਰਜ ਵੰਸ਼ ਤੇ ਇੱਕ ਚੰਦਰਮਾ ਵੰਸ਼। ਮੋਟੇ ਅਵਤਾਰ, ਵੱਡੇ ਅਵਤਾਰ,
ਇਹਨਾਂ ਵਿੱਚ ਦੋ ਹੋਏ। ਸ਼੍ਰੀ ਰਾਮਚੰਦਰ ਜੀ ਤ੍ਰੇਤਾ ਦੇ ਅਵਤਾਰ ਸੂਰਜਵੰਸ਼ ਪਰ ਚ ਹੋਏ। ਪਿੱਛੇ ਖਾਨਦਾਨ ਤੋਂ ਪਹਿਲਾਂ ਚੱਲਿਆ ਨਾ, ਵੰਸ਼ ਦੀ ਗੱਲ ਕਰ ਰਿਹਾ ਮੈਂ, ਵੰਸ਼ ਵਿੱਚ ਹੋਏ, ਸੂਰਜਵੰਸ਼ ਵਿੱਚ। ਵੰਸ਼ ਪਿੱਛੇ ਚੱਲਿਆ, ਸਮਾਂ ਮਿਲਿਆ ਕਿਤੇ ਆਪਾਂ ਫਿਰ ਇਹ ਵੀ ਵਿਚਾਰ ਕਰ ਲਾਂਗੇ ਕਿੱਥੋਂ ਵੰਸ਼ ਚੱਲਿਆ। ਭਗਵਾਨ ਕ੍ਰਿਸ਼ਨ ਜੀ ਦੁਆਪਰ ਦੇ ਅਵਤਾਰ, ਇਹ ਚੰਦਰਵੰਸ਼ ਵਿੱਚੋਂ ਆਏ। ਇਸੇ ਤਰ੍ਹਾਂ ਹੀ ਜਿਹੜਾ ਸਗਰ ਰਾਜਾ ਸੀ ਨਾ, ਸਗਰ ਰਾਜਾ, ਇਹ ਸੂਰਜਵੰਸ਼ੀ ਸੀਗਾ। ਤੇ ਦਲੀਪ ਦਾ ਪੁੱਤਰ ਸੀਗਾ। ਇਹਨਾਂ ਦੇ ਜਿਹੜੇ ਬਜ਼ੁਰਗ ਸੀ ਨਾ, ਇਹਨਾਂ ਦੇ ਜਿਹੜੇ ਬਜ਼ੁਰਗ ਸੀਗੇ, ਪਿਤਾ ਸੀ ਇੱਦਾਂ ਕਹਿ ਲਈਏ, ਉਹ ਸੀ ਰਾਜ ਬਾਹੂ, ਸੂਰਜਵੰਸ਼ੀ, ਔਰ ਅਯੋਧਿਆ ਵਿੱਚ ਹੀ ਰਾਜ ਕਰਦੇ ਸੀ, ਜਿੱਥੇ ਰਾਮਚੰਦਰ ਜੀ ਦਾ ਅਵਤਾਰ ਹੋਇਆ ਨਾ, ਉੱਥੇ ਹੀ ਰਹਿੰਦੇ ਸੀ। ਔਰ ਦੂਜਾ ਜਿਹੜਾ ਚੰਦਰਵੰਸ਼ੀ ਸੀ, ਉਹ ਹੈ ਰਾਜਾ ਸੀ, ਸਤਰਾਜਿਤ ਦਾ ਪੁੱਤਰ। ਇਹ ਫਿਰ ਉਹ ਚੰਦਰਵੰਸ਼ੀ ਸੀ। ਇਹਨਾਂ ਦਾ ਜਿਹੜਾ ਹੈ ਰਾਜਾ ਸੀ ਨਾ, ਇਹਦਾ ਤੇ ਬਾਹੂ ਜੀ ਦਾ ਦੋਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ। ਰਾਜ ਵਾਸਤੇ ਮਰਦੇ ਹੁੰਦੇ ਸੀਗੇ, ਲੜਾਈਆਂ ਕਰਦੇ ਸੀ, ਝਗੜੇ ਹੁੰਦੇ ਸੀ ਰਾਜ ਵਾਸਤੇ। ਰਾਜ ਬਾਹੂ ਨੂੰ ਹੈ ਰਾਜੇ ਨੇ ਹਰਾ ਦਿੱਤਾ, ਹਰਾ ਕੇ ਤੇ ਕੱਢ ਦਿੱਤਾ। ਤੇ ਮਨੂ ਵੰਸ਼ ਵਿੱਚੋਂ ਹੋਏ। ਬਾਹਰ ਜਦੋਂ ਨਿਕਲਿਆ, ਹਾਰ ਗਿਆ, ਤੇ ਫਿਰ ਇਹਨਾਂ ਨੇ ਔਰਵ ਰਿਸ਼ੀ ਦਾ ਆਸਰਾ ਲੈ ਲਿਆ ਜੰਗਲ ਵਿੱਚ ਜਾ ਕੇ। ਔਰਵ ਰਿਸ਼ੀ ਦਾ ਸਹਾਰਾ ਲੈ ਲਿਆ। ਅੱਗੇ ਔਰਵ ਰਿਸ਼ੀ ਨੇ ਹੁਣ ਦੇਖਿਆ ਵੀ ਇੱਕ ਰਾਜਾ ਹੈ, ਦੋ ਉਹਦੀਆਂ ਇਸਤਰੀਆਂ ਨੇ, ਤੇ ਕਿੱਥੇ ਜਾਣਗੇ ਵਿਚਾਰਾ, ਰਾਜ ਛੱਡ ਕੇ ਆ ਗਿਆ ਹੈ, ਤੇ ਮੈਂ ਆਪਣੇ ਆਪ ਨੂੰ ਭਗਤ ਕਮਾਉਣਾ ਹੈ, ਤੇ ਜੇ ਮੇਰੀ ਸ਼ਰਨ ਵਿੱਚ ਆ ਗਿਆ ਤਾਂ ਮੈਂ ਇਹਨੂੰ ਜਾਣ ਨਹੀਂ ਦੇਣਾ। ਬੜੇ ਸਤਿਕਾਰ ਨਾਲ ਰੱਖਿਆ। ਲੰਗਰ ਪਾਣੀ ਦੀ ਵਿਵਸਥਾ ਉੱਥੇ ਰਿਸ਼ੀ ਮਹਾਰਾਜ ਦੇ ਕੋਲ ਸੀ, ਔਰ ਰਿਸ਼ੀ ਨਾਂ ਸੀ ਦਾ। ਕੁਝ ਸਮਾਂ ਉੱਥੇ ਰਹੇ। ਪਰ ਉਹ ਇੱਕ ਸੰਸਾਰ ਦੀ ਅਟੱਲ ਸੱਚਾਈ ਤੇ ਬਿਲਕੁਲ ਅਟੱਲ ਨਿਯਮ ਉਸ ਅਕਾਲ ਪੁਰਖ ਵਾਹਿਗੁਰੂ ਦਾ ਹਰ ਇਨਸਾਨ ਨੂੰ, ਹਰ ਜੀਵ ਨੂੰ ਗਿਣੇ ਹੋਏ ਸਵਾਸ ਮਿਲੇ, ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਗਣ ਘਾਲੇ ਸਭ ਦਿਵਸ ਸਾਸ, ਨੈ ਵੱਢਣ ਘਟਣ ਤਿਲ ਸਾਰ। ਧੰਨ ਗੁਰੂ ਨਾਨਕ ਪਾਤਸ਼ਾਹੀ ਮਹਾਰਾਜ, ਉਹ ਕਹਿੰਦੇ ਉਸ ਅਕਾਲ ਪੁਰਖ ਨੇ ਜਦੋਂ ਸੰਸਾਰ ਤੇ ਜੀਵਾਂ ਨੂੰ ਭੇਜਦਾ ਨਾ, ਉਦੋਂ ਗਿਣ ਕੇ ਸਵਾਸ ਨੂੰ ਦਿੰਦਾ ਹੈ। ਬਈ ਲੈ ਵੀ ਆਹ ਸਵਾਸਾਂ ਦੀ ਪੂੰਜੀ ਤੈਨੂੰ ਦਿੱਤੀ, ਜਿੱਦਣ ਖਰਚ ਲੇਂਗਾ ਇਹ ਪੂੰਜੀ ਤੇਰੀ ਖਰਚੋ, ਤੇ ਜਿੱਦਾਂ ਤੈਨੂੰ ਮੈਂ ਖੁਸ਼ ਹੋ ਕੇ ਸਵਾਸਾਂ ਦੀ ਪੂੰਜੀ ਦਿੱਤੀ ਹੈ ਨਾ, ਤੇ ਖਰਚ ਕੇ ਫਿਰ ਮੇਰੇ ਕੋਲ ਆ ਜੀ, ਤੈਨੂੰ ਫਿਰ ਹੋਰ ਪੂੰਜੀ ਦੇਊਂਗਾ। ਉਹ ਪੂੰਜੀ ਵਾਸਤੇ ਫਿਰ ਹੋਰ ਸਰੀਰ ਚਾਹੀਦਾ। ਜਦੋਂ ਸਵਾਸਾਂ ਦੀ ਇੱਕ ਪੂੰਜੀ ਮੁੱਕਦੀ ਆ ਤੇ ਇੱਕ ਸਰੀਰ ਗਲਦਾ ਏ,
ਇੱਕ ਸਰੀਰ ਨਸ਼ਟ ਹੁੰਦਾ ਹੈ, ਦੂਜੀ ਪੂੰਜੀ ਸਵਾਸਾਂ ਦੀ ਮਿਲਣੀ ਹੁੰਦੀ ਹੈ ਦੁਬਾਰੇ, ਤੇ ਫਿਰ ਨਵਾਂ ਸਰੀਰ ਧਾਰਨਾ ਪੈਂਦਾ। ਪਰ ਇਸ ਦੇਸ਼ ਦੇ ਨਾਲ ਸਾਡਾ ਇੰਨਾ ਕੁ ਪਿਆਰ ਹੋ ਗਿਆ, ਵੈਸੇ ਇਹ ਦੇਸ਼ ਛੱਡਣਾ ਨਹੀਂ ਚਾਹੁੰਦੇ। ਹੁਣ ਕਿਹਾ ਤੁਸੀਂ ਵੀ ਖੁਸ਼ ਹੋ ਕੇ ਤੂੰ ਜਾ, ਖੁਸ਼ ਹੋ ਕੇ ਤੈਨੂੰ ਮੈਂ ਸਵਾਸਾਂ ਦੀ ਪੂੰਜੀ ਦਿੱਤੀ ਹੈ, ਇਹਨੂੰ ਖਰਚ ਸਵਾਸਾਂ ਦੀ ਪੂੰਜੀ ਨੂੰ, ਤੇ ਜਦੋਂ ਸਵਾਲ ਤੋਂ ਆ ਜਾਈ ਤੇ ਫਿਰ ਤੈਨੂੰ ਹੋਰ ਪੂੰਜੀ ਦੇ ਦੂੰ। ਤੇ ਫਿਰ ਤਾਂ ਖੁਸ਼ੀ ਹੋਣੀ ਚਾਹੀਦੀ ਸੀ ਨਾ, ਬਈ ਮੈਨੂੰ ਹੋਰ ਸਵਾਸਾਂ ਦੀ ਪੂੰਜੀ ਮਿਲਣੀ, ਹੁਣ ਮੇਰੀ ਇਹ ਖਤਮ ਹੋ ਗਈ, ਮੈਨੂੰ ਹੋਰ ਮਿਲਣੀ ਹੈ, ਖੁਸ਼ੀ ਹੋਣਾ ਚਾਹੀਦਾ ਸੀ। ਪਰ ਖੁਸ਼ੀ ਦੇ ਹੋਣ ਦੀ ਥਾਂ ਤੇ ਇਹ ਜੀਵ ਨਾਰਾਜ਼ ਹੋਇਆ, ਕਹਿਣ ਲੱਗਾ ਮੈਂ ਨਹੀਂ ਛੱਡਣਾ, ਦੇਹ ਨਹੀਂ ਛੱਡਣੀ ਚਾਹੁੰਦਾ। ਹੁਣ ਉਹਦਾ ਤਾਂ ਅਟਲ ਨਹੀਂ ਪਿਆ, ਉਹਨੇ ਤੇ ਇੱਕ ਵਧਣ ਘੱਟ ਨਹੀਂ ਦੇਣਾ ਸਵਾਸ, ਗਿਣ ਕੇ ਦਿੱਤੇ ਹੋਏ। ਉਹਦੇ ਅਟਲ ਨੀਂਦ ਦਾ ਅੱਜ ਤੱਕ ਉਹ ਟਿਕ ਨਹੀਂ ਸਕਿਆ, ਚਾਹੇ ਉਹਨੇ ਕਿੱਡੀਆਂ ਕਿੱਡੀਆਂ ਵੱਡੀਆਂ ਸ਼ਕਤੀਆਂ ਸੰਸਾਰ ਤੇ ਦੇ ਕੇ ਭੇਜਿਆ, ਪਰ ਉਸ ਅਟਲ ਨੀਮ ਦੇ ਅੱਗੇ ਕੋਈ ਅੜ ਨਹੀਂ ਸਕਿਆ, ਸਭ ਨੂੰ ਉਹਦੇ ਅੱਗੇ ਝੁਕਣਾ ਪਿਆ। ਤੇ ਜੀਵ ਨੇ ਸੋਚਿਆ ਵੀ ਇਹ ਮੇਰੇ ਸਰੀਰ ਤੇ ਮੇਰਾ ਕਬਜ਼ਾ ਹੋ ਗਿਆ ਹੁਣ, ਤੇ ਮੈਂ ਤਾਂ ਸਦਾ ਦੇ ਵਿੱਚ ਰਹਿਣਾ ਚਾਹੁੰਦਾ। ਮੈਂ ਤੇ ਪੂੰਜੀ ਹੋਵੇ ਨਾ ਹੋਵੇ, ਪੂੰਜੀ ਦੀ ਕੋਈ ਚਿੰਤਾ ਨਹੀਂ ਨੂੰ, ਵੀ ਮੇਰੀ ਤੇ ਪੂੰਜੀ ਮੁੱਕਣ ਵਾਲੀ, ਪਰ ਸਨੇਹ ਹੀ ਇੰਨਾ ਕੁ, ਪਿਆਰ ਹੀ ਇੰਨਾ ਕੁ, ਇਸ ਦੇਸ਼ ਦੇ ਨਾਲ ਮੋਹ ਹੀ ਇੰਨਾ ਕੁ ਪੈ ਗਿਆ, ਵਿਛੜਨਾ ਚਾਹੁੰਦਾ। ਦੁਖੀ ਭਾਵੇਂ ਜਿੰਨਾ ਮਰਜ਼ੀ ਹੋਵੇ, ਕਿੰਨੀ ਵੱਡਾ ਰੋਗ ਹੋਵੇ, ਮੂੰਹ ਤੋਂ ਭਾਵੇਂ ਕਹਿੰਦਾ ਹੋਵੇ ਰੱਬਾ ਮੇਰੀ ਜਾਨ ਕੱਢ ਲਾ, ਪਰ ਜੇ ਮਾੜਾ ਜਿਹਾ ਵੀ ਦਰਦ ਹੋਵੇ ਤਾਂ ਹਾਏ ਫੇਰ ਵੀ ਕਰਦਾ ਹੈ। ਫੇਰ ਨਹੀਂ ਕਹਿੰਦਾ ਵੀ ਮੈਨੂੰ ਲੈ ਜਾ, ਹੁਣ ਦਰਦ ਹੋ ਗਈ ਮੈਨੂੰ ਲੈ ਜਾ, ਹੁਣ ਇੱਦਾਂ ਨਹੀਂ ਕਹਿੰਦਾ। ਫਿਰ ਕਹਿੰਦਾ ਮੈਨੂੰ ਬਚਾ ਲਓ, ਘਰਦਿਆਂ ਨੂੰ ਕਹਿੰਦਾ, ਪਰਿਵਾਰ ਨੂੰ ਕਹਿੰਦਾ ਮੈਨੂੰ ਬਚਾ ਲਓ, ਮੇਰੀ ਜਾਨ ਨਿਕਲਣ ਲੱਗੀ ਜੀ। ਹੁਣ ਕੌਣ ਦੁਨੀਆ ਤੇ ਬਚਾਉਣ ਵਾਲਾ? ਜਿਹਨੂੰ ਪਰਮੇਸ਼ਰ ਮਾਰੇ, ਜਿਹਦੀ ਪਰਮੇਸ਼ਰ ਪੂੰਜੀ ਮੁਕਾ ਦੇ ਸਵਾਸਾਂ ਦੀ, ਉਹਦੀ ਪੂੰਜੀ ਕੌਣ ਦੇਣ ਵਾਲਾ? ਇਹ ਗੱਲ ਵੱਖਰੀ ਹੈ ਕਿ ਜਿਹੜੇ ਰੱਬ ਦੇ ਪਿਆਰੇ ਭਗਤ ਨੇ ਉਹ ਰੱਬ ਵਰਗੇ ਹੁੰਦੇ ਆ, ਉਹ ਪੂੰਜੀ ਦੇ ਸਕਦੇ ਨੇ, ਪਰ ਉਹ ਵੀ ਪਹਾੜੇ ਵਿੱਚ ਰਹਿੰਦੇ ਨੇ। ਔਰ ਦਿੱਤੀ ਵੀ ਬਹੁਤ ਸਾਧੂਆਂ ਨੇ ਸਵਾਸਾਂ ਦੀ ਪੂੰਜੀ, ਪਰਮੇਸ਼ਰ ਦੀ ਦਿੱਤੀ ਹੋਈ ਪੂੰਜੀ ਵਧਾ ਦਿੱਤੀ, ਕਿਉਂਕਿ ਸਾਧ ਪ੍ਰਭ ਭੇਦ ਨਾ ਭਾਈ। ਸਾਧ ਦੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਭੇਦ ਨਹੀਂ। ਜੋ ਸਾਧ ਕਰਦਾ ਹੈ ਉਹੀ ਪਰਮੇਸ਼ਰ ਕਰਦਾ, ਜੋ ਪਰਮੇਸ਼ਰ ਕਰਦਾ ਉਹੀ ਸਾਧ ਕਰਦਾ। ਦੋਨਾਂ ਦੀ ਇੱਕ ਰਾਏ ਮਿੱਤਰਤਾ ਹੈ, ਉਹ ਮਿੱਤਰਤਾ ਨੂੰ ਦੇ ਵਿੱਚ ਕਦੇ ਦੁਸ਼ਮਣੀ ਜਾਂ ਫਰਕ ਨਹੀਂ ਪੈਂਦਾ। ਭਾਵੇਂ ਪਰਮੇਸ਼ਰ ਵੱਡਾ ਹੈ, ਪਰਮੇਸ਼ਰ ਦੀ ਬਰਕਤ ਦੇ ਨਾਲ, ਉਹਦੀ ਭਜਨ ਬੰਦਗੀ ਦੀ ਬਰਕਤ ਨਾਲ ਸਾਧੂ ਬਣਿਆ, ਪਰ ਪਿਆਰ ਇੰਨਾ ਕੁ ਬਣ ਗਿਆ ਵੀ ਭਗਵਾਨ ਉਹਦੀ ਮੋੜਦਾ ਨਹੀਂ। ਇੱਕ ਉਦਾਹਰਨ ਦਿੱਤੀ ਪਾਤਸ਼ਾਹ ਨੇ ਗੁਰਬਾਣੀ ਵਿੱਚ, ਧੰਨ ਗੁਰੂ ਨਾਨਕ ਸਾਹਿਬ ਨੇ। ਉਹ ਕਹਿੰਦੇ ਦਾਸਨ ਕੇ ਹਰ ਵਸ ਹੈ, ਦਾਸਨ ਕੇ ਹਰ ਵਸ ਹੈ। ਆਪਣੇ ਦਾਸ ਆਪਣੇ ਭਗਤ ਦੇ ਵਸ ਹੈ ਰੱਬ। ਕਿਸ ਤਰ੍ਹਾਂ ਵਸ ਹੈ? ਕਿੰਨਾ ਕੁ? ਜੋ ਜੰਤੀ ਕੇ ਵਸ ਜੰਤ। ਜਿਸ ਤਰ੍ਹਾਂ ਇੱਕ ਹਾਰਮੋਨੀਅਮ ਨਹੀਂ ਵਜਾਉਂਦੇ ਰਾਗੀ, ਉਹਦੀਆਂ 7 ਸੁਰਾਂ ਹੁੰਦੀਆਂ, ਪਰ ਜਿਹੜੀ ਸੁਰ 'ਤੇ ਉਹ ਹੱਥ ਰੱਖਦਾ ਹੈ ਉਹੀ ਸੁਰ ਬੋਲਦੀ, ਦੂਜੀਆਂ ਨਹੀਂ ਬੋਲਦੀਆਂ। ਜਿਸ ਸੁਰ 'ਤੇ ਉਹ ਉਂਗਲ ਰੱਖੂਗਾ ਨਾ ਉਹੀ ਸੁਰ ਬੋਲੂ, ਦੂਜੀ ਨਹੀਂ ਬੋਲਦੀ, ਦੂਜੀ ਆਵਾਜ਼ ਹੀ ਨਹੀਂ ਕੱਢਦੀ, ਮੌਨ ਚੁੱਪ ਹੈ। ਇਸੇ ਤਰ੍ਹਾਂ ਹੀ ਜੋ ਭਗਤ ਕਹਿ ਦੇਵੇ ਰੱਬ ਨੂੰ, ਰੱਬ ਉਹ ਕਰਦਾ ਹੈ। ਜੇ ਰਵਿਦਾਸ ਭਗਤ ਨੇ ਇਹ ਗੱਲ ਕਹਿ ਦਿੱਤੀ ਇੱਕ ਪੱਥਰ ਦੇ ਟੁਕੜੇ ਨੂੰ, ਭਾਵੇਂ ਠਾਕਰ ਕਰਕੇ ਪੂਜਿਆ, ਉਹਨੇ ਕਿਹਾ ਤਰ ਕੇ ਪਾਣੀ ਵਿੱਚ ਆ ਮੇਰੇ ਕੋਲ,
ਤਰ ਕੇ ਆਇਆ ਪਾਣੀ ਵਿੱਚ। ਤੇ ਤੁਸੀਂ ਸਭ ਜਾਣਦੇ ਜੇ ਵੀ ਅੱਜ ਵਰਗਾ ਮਟੀਰੀਅਲ ਤੇ ਹੈ ਨਹੀਂ ਸੀਗਾ ਪੁਲ ਬੰਨਣ ਵਾਲਾ। ਭਗਵਾਨ ਰਾਮਚੰਦਰ ਦਾ ਨਾਮ ਲੈ ਕੇ ਤੇ ਪੁਲ ਬਣਾਤਾ, ਪੱਥਰਾਂ ਦਾ ਪੁਲ ਬਣਾਤਾ। ਪੱਥਰ ਪਾਣੀ ਦੇ ਤਰੇ ਨਾ, ਨਹੀਂ ਤੇ ਪਾਣੀ ਰੋਕ ਕੇ ਪਾਣੀ ਟੁੱਟ ਨਾ ਜਾਂਦਾ ਪੁਲ। ਪਾਣੀ ਦੇ ਥੱਲੇ ਦੀ ਲੰਘਦਾ ਪੁਲ ਦੇ ਥੱਲੇ ਲੰਘਦਾ ਪਾਣੀ। ਪੱਥਰ ਵੀ ਤਰ ਗਏ, ਕਿਉਂ ਤਰੇ? ਕਿ ਭਗਤ ਦਾ ਤੇ ਪਰਮੇਸ਼ਰ ਦਾ ਸਨੇਹ ਹੀ ਇੰਨਾ ਕਿ ਹੁਣ ਇਹ ਆਪਾਂ ਗੱਲ ਕਰ ਰਹੇ ਸੀ ਅਸਲ ਗੰਗਾ ਤੀਰਥ ਦੀ। ਗੰਗਾ ਇੰਨੀ ਵੱਡੀ ਪਵਿੱਤਰ ਜਿਹੜੀ ਆਕਾਸ਼ ਸਵਰਗ ਤੋਂ ਆਈ, ਇਸ ਧਰਤੀ ਤੇ ਕਿਵੇਂ ਆਈ, ਕੌਣ ਦੇ ਆਇਆ, ਸਮਾਂ ਹੋ ਗਿਆ ਹੈ। ਇਹ ਵਿਚਾਰ ਜਿੰਨੀ ਕੁ ਪਾਸ਼ੀ ਆਪਾਂ ਨੂੰ ਕੱਲ੍ਹ ਨੂੰ ਬਖਸ਼ਣਗੇ, ਉਹ ਜੀ ਵਿਚਾਰ ਆਪਾਂ ਕੱਲ੍ਹ ਤੋਂ ਅੱਗੇ ਜਿਵੇਂ ਲੜੀਵਾਰ ਚੱਲਦੀ ਰਹੂਗੀ ਉਸ ਤਰ੍ਹਾਂ ਕਰਦੇ ਰਹਾਂਗੇ। ਇੱਥੇ ਸਮਾਪਤੀ ਕਰਦੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਕਰਨੀ। ਆਓ ਹੁਣ ਆਪਾਂ ਪਿੰਡ ਦੇ ਭਲੇ ਵਾਸਤੇ, ਪਿੰਡ ਦੀ ਸੁੱਖ ਸ਼ਾਂਤੀ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।